गुड मॉर्निंग स्टूडेंट्स। मैं दीपाली बीएम साइंस आज ਤੁਹਾਡੇ ਸਾਹਮਣੇ 12ਵਾਂ ਚੈਪਟਰ ਇਲੈਕਟ੍ਰਿਸਿਟੀ ਦੀ ਐਨਟੀਐਸਸੀ ਬੇਸਡ ਅਸਾਈਨਮੈਂਟ ਲੈ ਕੇ ਹਾਜ਼ਰ ਹੋਈ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਐਨਟੀਐਸਸੀ ਐਗਜ਼ਾਮ ਦੇ ਉੱਤੇ ਫੋਕਸ ਕਰਾਂਗੇ ਵਿਚ ਇਜ਼ ਟੂ ਬੀ ਹੈਲਡ ਔਨ 13 ਦਸੰਬਰ 2020। ਅੱਜ ਸਾਡੀ ਕਲਾਸ ਵਿੱਚ ਜਿਹੜੇ ਟੌਪਿਕਸ ਤੇ ਅਸੀਂ ਵਿਸ਼ੇਸ਼ ਤੌਰ ਤੇ ਚਰਚਾ ਕਰਨੀ ਹੈ ਉਹ ਹਨ ਬੇਟੇ ਬਿਜਲੀ, ਬਿਜਲੀ ਧਾਰਾ, ਪੋਟੈਂਸ਼ੀਅਲ ਅੰਤਰ, ਬਿਜਲਈ ਪੋਟੈਂਸ਼ੀਅਲ, ਵੋਲਟਮੀਟਰ, ਓਮ ਦਾ ਨਿਯਮ, ਪਰਿਵਰਤਨਸ਼ੀਲ ਪ੍ਰਤੀਰੋਧ ਜਾਂ ਰਿਓਸਟੈਟ, ਚਾਲਕ ਦਾ ਪ੍ਰਤੀਰੋਧ ਨਿਰਭਰ ਕਿਸ ਤੇ ਕਰਦਾ ਹੈ, ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਤੇ ਬਿਜਲਈ ਸ਼ਕਤੀ। ਆਓ ਅਸੀਂ ਇੱਕ ਇੱਕ ਕਰਕੇ ਇਹਨਾਂ ਸਾਰੇ ਟੌਪਿਕਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਬੇਟਾ ਬਿਜਲਈ, ਦੈਟ ਇਜ਼ ਇਲੈਕਟ੍ਰਿਸਿਟੀ। ਇਹ ਬੇਸਿਕਲੀ ਚਾਰजेस ਦੇ ਅਧਿਐਨ ਨੂੰ ਕਿਹਾ ਜਾਂਦਾ ਹੈ। ਕਿੰਨੇ ਪ੍ਰਕਾਰ ਦੇ ਚਾਰजेस ਸਾਡੇ ਨੌਲੇਜ ਵਿੱਚ ਹਨ? ਮੁੱਖ ਤੌਰ ਤੇ ਬੇਟੇ ਦੋ ਟਾਈਪਸ, ਪੋਜ਼ਿਟਿਵ ਤੇ ਨੈਗੇਟਿਵ, ਯਾਨੀ ਕਿ ਧਨ ਚਾਰਜ ਤੇ ऋण ਚਾਰਜ। ਧਨ ਚਾਰਜ ਦਾ ਜਿਹੜਾ ਬੈਸਟ ਸੂਟੇਬਲ ਐਗਜ਼ਾਮਪਲ ਤੁਸੀਂ ਲੋਕ ਲੈਂਦੇ ਹੋ ਦੈਟ ਇਜ਼ ਪ੍ਰੋਟੋਨ, ਤੇ ऋण ਚਾਰਜ ਦਾ ਜਿਹੜਾ ਐਗਜ਼ਾਮਪਲ ਅਸੀਂ ਲੈਂਦੇ ਹਾਂ ਦੈਟ ਇਜ਼ ਇਲੈਕਟ੍ਰੋਨ। ਹੁਣ ਜੇ ਇਹਨਾਂ ਦੋਨਾਂ ਦੇ ਚਾਰजेस ਦੇ ਮੈਗਨੀਟਿਊਡ ਬਾਰੇ ਗੱਲ ਕੀਤੀ ਜਾਵੇ ਉਹ ਬੇਟਾ ਜੀ ਸੇਮ ਹੁੰਦਾ ਹੈ ਤੇ ਉਸ ਚਾਰਜ ਨੂੰ ਅਸੀਂ ਸਮਾਲ e ਦੇ ਨਾਲ ਦਰਸਾਉਂਦੇ ਹਾਂ। ਲੇਕਿਨ ਜੇ ਅਸੀਂ ਸਾਇੰਸ ਬਾਰੇ ਗੱਲ ਕਰੀਏ ਤੇ ਸਾਨੂੰ ਪਤਾ ਹੈ ਕਿ ਪ੍ਰੋਟੋਨ ਦਾ ਪੋਜ਼ਿਟਿਵ ਚਾਰਜ ਹੁੰਦਾ ਹੈ ਤੇ ਇਲੈਕਟ੍ਰੋਨ ਦਾ ਨੈਗੇਟਿਵ। ਭਾਵ ਪ੍ਰੋਟੋਨ ਦੇ ਉੱਤੇ ਚਾਰਜ ਹੈਗਾ +1.6 ਗੁਣਾ 10 ਦੀ ਘਾਤ -19 ਕੂਲਮ, ਬਟ ਇਲੈਕਟ੍ਰੋਨ ਦੇ ਉੱਤੇ ਕਿੰਨਾ ਚਾਰਜ ਹੁੰਦਾ ਹੈ -1.6 into 10 to the power -19 ਕੂਲਮਸ। ਸੋ ਅਸੀਂ ਜੇ ਇਹਨੂੰ E ਦੇ ਟਰਮਸ ਵਿੱਚ ਦਰਸਾਈਏ ਅਸੀਂ ਕਹਿ ਸਕਦੇ ਹਾਂ ਵੀ ਪ੍ਰੋਟੋਨ ਉੱਤੇ +E ਚਾਰਜ ਹੈ ਤੇ ਇਲੈਕਟ੍ਰੋਨ ਦੇ ਉੱਤੇ -E ਚਾਰਜ ਹੈ, where E stands for electronic charge। ਨੈਕਸਟ ਵੀ ਕਮ ਟੂ ਬਿਜਲਈ ਧਾਰਾ, ਜਿਹਨੂੰ ਆਮ ਭਾਸ਼ਾ ਵਿੱਚ ਅਸੀਂ ਕਰੰਟ ਦਾ ਨਾਮ ਦਿੰਦੇ ਹਾਂ। ਹੁਣ ਬਿਜਲਈ ਚਾਰਜ ਦੇ ਪ੍ਰਵਾਹ ਦੀ ਦਰ ਨੂੰ ਬਿਜਲਈ ਧਾਰਾ ਕਿਹਾ ਜਾਂਦਾ ਹੈ, ਰੇਟ ਆਫ ਫਲੋਇੰਗ ਚਾਰਜ, that is current। So rate of flow of charge commonly ਅਸੀਂ use ਕਰਦੇ ਹਾਂ term that is current। means ਅਸੀਂ ਇਹਨੂੰ ਜੇ ਮੈਥਮੈਟੀਕਲ ਫਾਰਮੂਲਾ ਦੇਣਾ ਹੋਏ ਤੇ ਫਾਰਮੂਲਾ ਕੀ ਬਣ ਜਾਏਗਾ ਬੇਟਾ I = Q/T। ਹੁਣ ਜੇ ਅਸੀਂ ਇਸੇ ਫਾਰਮੂਲਾ ਨੂੰ ਯੂਨਿਟਸ ਦੇ ਟਰਮਸ ਵਿੱਚ ਕੋਰਿਲੇਟ ਕਰਨਾ ਹੋਏ ਤੇ ਸਾਨੂੰ ਪਤਾ ਹੈ ਕਿ ਕਰੰਟ ਦਾ SI ਯੂਨਿਟ ਉਹਦੀ ਇਕਾਈ ਕੀ ਹੁੰਦੀ ਹੈ ਬੇਟੇ ਐਂਪੀਅਰ। ਚਾਰਜ ਦੀ SI ਇਕਾਈ ਕੀ ਹੁੰਦੀ ਹੈ that is ਕੂਲਮ, ਤੇ ਟਾਈਮ ਦੀ ਕੀ ਹੁੰਦੀ ਹੈ that is ਸੈਕਿੰਡ। ਸੋ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਕਰੰਟ ਹੈ ਉਹਨੂੰ ਅਸੀਂ 1 ਐਂਪੀਅਰ, ਜਿਹੜਾ ਚਾਰਜ ਹੈ ਉਹਨੂੰ 1 ਕੂਲਮ ਤੇ ਜਿਹੜਾ ਟਾਈਮ ਹੈ ਉਹਨੂੰ 1 ਸੈਕਿੰਡ ਨਾਲ ਰਿਪਲੇਸ ਕਰਕੇ ਨੀਚੇ ਇੱਕ ਫਾਰਮੂਲਾ ਡਿਜ਼ਾਈਨ ਕੀਤਾ ਇਨ ਟਰਮਸ ਆਫ ਯੂਨਿਟਸ that is 1 ਐਂਪੀਅਰ ਬਰਾਬਰ 1 ਕੂਲਮ ਬਟਾ 1 ਸੈਕਿੰਡ। ਨਾਲ ਹੀ ਇੱਥੇ ਮੈਂ ਐਡ ਕਰਨਾ ਚਾਹਾਂਗੀ ਬੇਟੇ ਕਈ ਸਰਕਿਟਸ ਵਿੱਚ ਅਸੀਂ ਨੋਟਿਸ ਕਰਦੇ ਹਾਂ ਕਿ ਬਹੁਤ ਹੀ ਸਮਾਲ ਕੁਆਂਟੀਟੀ ਆਫ ਕਰੰਟ ਫਲੋ ਕਰਦੀ ਹੈ, ਮੀਨਸ ਬਹੁਤ ਛੋਟਾ ਕਰੰਟ ਫਲੋ ਕਰਦਾ ਹੈ। ਹੁਣ ਜਿੱਥੇ ਛੋਟਾ ਕਰੰਟ ਫਲੋ ਕਰਦਾ ਹੈ ਉੱਥੇ ਅਸੀਂ ਐਂਪੀਅਰਸ ਵਿੱਚ ਉਹਨੂੰ ਮੈਜ਼ਰ ਨਹੀਂ ਕਰ ਪਾਵਾਂਗੇ। ਮੀਨਸ ਸਾਨੂੰ ਕੋਈ ਛੋਟਾ ਯੂਨਿਟ ਚਾਹੀਦਾ, ਕੋਈ ਛੋਟੀ ਇਕਾਈ ਚਾਹੀਦੀ ਹੈ ਤੇ ਉਹ ਛੋਟੀ ਇਕਾਈ ਜਿਹੜੀ ਕਾਮਨਲੀ ਯੂਜ਼ ਹੁੰਦੀ ਹੈ that is ਮਿਲੀ ਐਂਪੀਅਰ ਐਂਡ ਮਾਈਕਰੋ ਐਂਪੀਅਰ। ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਮਿਲੀ ਐਂਪੀਅਰ ਤੇ ਇੱਕ ਮਾਈਕਰੋ ਐਂਪੀਅਰ ਦਾ ਐਂਪੀਅਰ ਦੇ ਨਾਲ ਕੀ ਕੋਰਿਲੇਸ਼ਨ ਹੈ। that you can see on the screen। 1 milliampere is equal to 10 raised to power -3 amperes। 1 microampere is equal to 10 raised to power -6 amperes। ਸੋ ਇਹ ਰਿਲੇਸ਼ਨਸ ਬੇਟਾ ਜੀ ਤੁਸੀਂ ਲਰਨ ਕਰਨੇ ਆ, ਤੁਹਾਡੇ MCQ ਪੁਆਇੰਟ ਆਫ ਵਿਊ ਨਾਲ ਇਦਾਂ ਦੇ ਰਿਲੇਸ਼ਨਸ ਪੁੱਛੇ ਜਾ ਸਕਦੇ ਨੇ। ਪਰੰਪਰਾ ਅਨੁਸਾਰ that means ਰੂਲਸ ਦੇ ਅਕੋਰਡਿੰਗਲੀ, ਨਿਯਮ ਅਨੁਸਾਰ ਬਿਜਲਈ ਸਰਕਟ ਵਿੱਚ ਇਲੈਕਟ੍ਰੋਨ ਦੇ ਪ੍ਰਵਾਹ ਦੀ ਦਿਸ਼ਾ ਤੇ ਉਲਟ ਦਿਸ਼ਾ ਨੂੰ ਬਿਜਲਈ ਦੀ ਧਾਰਾ ਦੀ ਦਿਸ਼ਾ ਮੰਨਿਆ ਜਾਂਦਾ ਹੈ। ਹੁਣ ਜੇ ਡਾਇਰੈਕਸ਼ਨ ਆਫ ਕਰੰਟ ਦੀ ਗੱਲ ਕਰੀਏ, ਤੁਸੀਂ ਹਮੇਸ਼ਾ ਸੁਣਿਆ ਹੈ ਜਦੋਂ ਤੁਸੀਂ ਆਪਣੀ ਬੇਸਿਕ ਚੈਪਟਰ ਵਾਈਜ਼ ਤਿਆਰੀ ਕੀਤੀ ਹੈ ਕਿ ਕਰੰਟ ਆਲਵੇਜ਼ ਫਲੋਜ਼ ਫਰੋਮ ਪੋਜ਼ਿਟਿਵ ਟਰਮੀਨਲ ਆਫ ਦ ਬੈਟਰੀ ਟੂ ਨੈਗੇਟਿਵ ਟਰਮੀਨਲ ਆਫ ਦੀ ਬੈਟਰੀ, ਪਲੱਸ ਤੋਂ ਮਾਈਨਸ ਵੱਲ ਜਾਂਦਾ ਹੈ, ਯੂ ਨੋ ਦੈਟ। ਹੁਣ ਜੇ ਮੈਂ ਇਲੈਕਟ੍ਰੋਨ ਬਾਰੇ ਗੱਲ ਕਰਾਂ ਤਾਂ ਇਲੈਕਟ੍ਰੋਨ ਦਾ ਫਲੋ ਹਮੇਸ਼ਾ ਕਿਧਰੋਂ ਕਿੱਧਰ ਹੁੰਦਾ ਹੈ, ਨੈਗੇਟਿਵ ਟੂ ਪੋਜ਼ਿਟਿਵ। ਸੋ ਇਸ ਲਾਈਨ ਵਿੱਚ ਤੁਸੀਂ ਬੜਾ ਕਲੀਅਰਲੀ ਦੇਖ ਪਾ ਰਹੇ ਹੋ, ਉਹ ਤੁਹਾਨੂੰ ਇਹ ਕਲੈਰਿਟੀ ਦੇ ਰਿਹਾ ਕਿ ਜੋ ਇਲੈਕਟ੍ਰੋਨਸ ਦੇ ਫਲੋ ਦੀ ਡਾਇਰੈਕਸ਼ਨ ਹੈ ਉਹ ਸਾਡੇ ਕਰੰਟ ਦੇ ਡਾਇਰੈਕਸ਼ਨ ਤੋਂ ਉਲਟ ਹੈ।
ਤੇ ਕਿਉਂਕਿ ਇਹ ਨਿਯਮ ਅਨੁਸਾਰ ਇਹ ਬਣਾਇਆ ਅਸੀਂ ਕਿ ਉਸ ਤੋਂ ਉਲਟ ਹੈ, ਨਿਯਮ ਨੂੰ ਅਸੀਂ ਇੰਗਲਿਸ਼ ਵਿੱਚ ਕਹਿ ਦਿੰਦੇ ਹਾਂ ਕਨਵੈਨਸ਼ਨ, ਰਾਈਟ। ਦੈਟ ਮੀਨਸ ਅਸੀਂ ਕਰੰਟ ਨੂੰ ਕਾਮਨਲੀ ਕੀ ਨਾਮ ਦਿੰਦੇ ਹਾਂ, ਕਨਵੈਨਸ਼ਨਲ ਕਰੰਟ। ਸੋ ਇਲੈਕਟ੍ਰੋਨਸ ਜਦੋਂ ਫਲੋ ਕਰਨਗੇ ਤੇ ਇੱਕ ਕਰੰਟ ਬਣੇਗਾ ਇਲੈਕਟ੍ਰੋਨਿਕ ਕਰੰਟ। ਦੂਸਰਾ ਜਿਹੜਾ ਅਸੀਂ ਨਾਰਮਲ ਸਟੱਡੀ ਕਰਦੇ ਹਾਂ ਨਿਯਮ ਦੇ ਅਨੁਸਾਰ, ਦੈਟ ਇਜ਼ ਕਨਵੈਨਸ਼ਨਲ ਕਰੰਟ। ਤੇ ਇਹ ਦੋ ਕਿਸਮ ਦੇ ਜਿਹੜੇ ਕਰੰਟ ਨੇ ਇਹਨਾਂ ਦੀ ਦਿਸ਼ਾ ਹਮੇਸ਼ਾ ਇੱਕ ਦੂਸਰੇ ਤੋਂ ਉਲਟ ਹੋਏਗੀ। I hope this point is clear. Conventional current is always opposite to electronic current. Ammeter ਇੱਕ ਅਜਿਹਾ ਬਿਜਲਈ ਯੰਤਰ ਹੈ ਜਿਹੜਾ ਬਿਜਲੀ ਤਾਰਾਂ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਹੁਣ ਜੇ ਅਸੀਂ ਗੱਲ ਕਰੀਏ ਕਿ ਅਸੀਂ ਕਿਸੇ ਸਰਕਟ ਵਿੱਚ ਕਿੰਨਾ ਕਰੰਟ ਫਲੋ ਕਰ ਰਿਹਾ ਉਹਨੂੰ ਅਸੀਂ ਮੈਜ਼ਰ ਕਰਨਾ ਹੈ, ਤੇ ਉਹਦੇ ਵਾਸਤੇ ਸਾਨੂੰ ਬੇਟਾ ਇੱਕ ਡਿਵਾਈਸ ਦੀ ਲੋੜ ਪੈਂਦੀ ਹੈ। ਦੈਟ ਡਿਵਾਈਸ ਇਜ਼ ਕਾਲਡ ਐਜ਼ ਐਮੀਟਰ। ਤੇ ਐਮੀਟਰ ਦਾ ਚਿੰਨ੍ਹ ਕਿੱਦਾਂ ਬਣਾਉਂਦੇ ਆ, ਕੈਪੀਟਲ A ਇੱਕ ਸਰਕਲ ਵਿੱਚ ਪਾ ਕੇ, ਤੇ ਉਹਦੇ ਦੋ ਟਰਮੀਨਲ ਸ਼ੋ ਕਰਦੇ ਆ, ਪੋਜ਼ਿਟਿਵ ਤੇ ਨੈਗੇਟਿਵ। ਦੂਸਰੇ ਪਾਸੇ ਬੇਟਾ ਅਸੀਂ ਜੇ ਗੱਲ ਕਰੀਏ ਕਿ ਹੁਣ ਐਮੀਟਰ ਨੂੰ ਅਸੀਂ ਨੋ ਡਾਊਟ ਵਰਤਦੇ ਹਾਂ, ਬਟ ਸਰਕਟ ਵਿੱਚ ਇਹਨੂੰ ਕਿਸ ਤਰਤੀਬ ਨਾਲ ਜੋੜਿਆ ਜਾਏਗਾ, ਇਹਨੂੰ ਹਮੇਸ਼ਾ ਲੜੀਵਾਰ ਜੋੜਿਆ ਜਾਏਗਾ। ਯੂ ਸ਼ੁਡ ਨੋ ਦ ਰੀਜ਼ਨ ਆਲਸੋ, ਕਿਉਂ ਇਹਨੂੰ ਲੜੀਵਾਰ ਜੋੜਿਆ ਜਾਏਗਾ। ਬਿਕੋਜ਼ ਦੇਖੋ ਅਸੀਂ ਕੋਈ ਵੀ ਡਿਵਾਈਸ ਨੂੰ ਜਦੋਂ ਯੂਜ਼ ਕਰਦੇ ਹਾਂ ਕਿਸੇ ਚੀਜ਼ ਨੂੰ ਮਾਪਣ ਵਾਸਤੇ, ਅਸੀਂ ਇਹ ਨਹੀਂ ਚਾਹਾਂਗੇ ਕਿ ਉਹ ਆਪ ਉਸ ਚੀਜ਼ ਨੂੰ ਕੰਜ਼ਿਊਮ ਕਰ ਲੇ, ਰਾਈਟ। ਜਿੱਦਾਂ ਤੁਸੀਂ ਆਪਣਾ ਟੈਂਪਰੇਚਰ ਮਾਪਣ ਵਾਸਤੇ ਥਰਮੋਮੀਟਰ ਯੂਜ਼ ਕਰਦੇ ਹੋ, ਬਟ ਇਹ ਥਰਮੋਮੀਟਰ ਤੁਹਾਡੇ ਟੈਂਪਰੇਚਰ ਦੀ ਇਟਸੈਲਫ ਵੈਲਿਊ ਨੂੰ ਕੰਟਰੋਲ ਕਰਕੇ ਬਦਲ ਥੋੜੀ ਦੇਗਾ। ਇਸੇ ਤਰੀਕੇ ਨਾਲ ਮੈਂ ਐਮੀਟਰ ਵੀ ਇਦਾਂ ਲਾਣਾ ਚਾਹਨੀ ਆ ਕਿ ਵੀ ਉਹ ਮੇਰੇ ਸਰਕਟ ਦੇ ਕਰੰਟ ਨੂੰ ਜ਼ਰਾ ਵੀ ਪ੍ਰਭਾਵ ਨਾ ਪਾਏ, ਠੀਕ ਹੈ। ਤੇ ਉਹ ਕਿਹਦੇ ਵਿੱਚ ਹੋਏਗਾ, ਲੜੀਵਾਰ ਵਿੱਚ। ਉਦਾਂ ਵੀ ਸਾਨੂੰ ਪਤਾ ਹੈ ਕਿ ਲੜੀਵਾਰ ਵਿੱਚ ਕਰੰਟ ਜਿਹੜਾ ਉਹ ਸੇਮ ਰਹਿੰਦਾ ਹੈ। ਹੁਣ ਕਰੰਟ ਜੇ ਸੇਮ ਰਹੇਗਾ ਤਾਂ ਹੀ ਸਾਨੂੰ ਪੂਰਾ ਰਿਕਾਰਡ ਮਿਲੇਗਾ। ਕਿਸੇ ਬਿਜਲਈ ਤਾਰਾ ਦੇ ਲਗਾਤਾਰ ਅਤੇ ਬੰਦ ਪਥ ਨੂੰ ਬਿਜਲਈ ਸਰਕਟ ਕਿਹਾ ਜਾਂਦਾ ਹੈ। ਹੁਣ ਇਸ ਪੁਆਇੰਟ ਨੂੰ ਸਮਝਣ ਵਾਸਤੇ ਤੁਸੀਂ ਸਾਰੇ ਕਲੀਅਰ ਹੋ ਇਸ ਪੁਆਇੰਟ ਨੂੰ ਲੈ ਕੇ ਕਿ ਸਾਨੂੰ ਤੁਰਨ ਵਾਸਤੇ ਹਮੇਸ਼ਾ ਇੱਕ ਸੜਕ ਦੀ ਲੋੜ ਪੈਂਦੀ ਹੈ। ਇਸੇ ਤਰੀਕੇ ਨਾਲ ਕਰੰਟ ਨੂੰ ਵੀ ਤੁਰਨ ਵਾਸਤੇ ਇੱਕ ਪਥ ਚਾਹੀਦਾ ਹੈ, ਇੱਕ ਰਸਤਾ ਚਾਹੀਦਾ ਹੈ। ਉਸ ਰਸਤੇ ਨੂੰ ਅਸੀਂ ਕੀ ਕਹਿੰਦੇ ਆ, ਬਿਜਲਈ ਸਰਕਟ। ਬੰਦ ਬਿਜਲਈ ਸਰਕਟ ਵਿੱਚੋਂ ਬਿਜਲਈ ਤਾਰਾ ਲੰਘ ਸਕਦੀ ਹੈ, ਜਦੋਂ ਕਿ ਖੁੱਲੇ ਬਿਜਲੀ ਸਰਕਟ ਵਿੱਚੋਂ ਬਿਜਲਈ ਤਾਰਾ ਨਹੀਂ ਲੰਘ ਸਕਦੀ। ਵੈਰੀ ਕਲੀਅਰਲੀ ਤੁਹਾਨੂੰ ਪਤਾ ਹੈ ਕਿ ਸਰਕਟ ਕਿੰਨੇ ਪ੍ਰਕਾਰ ਦੇ ਨੇ, ਦੋ ਪ੍ਰਕਾਰ ਦੇ, ਇੱਕ ਓਪਨ ਤੇ ਇੱਕ ਕਲੋਜ਼। ਤੇ ਜਿਹੜਾ ਬੰਦ ਸਰਕਟ ਹੈ ਉਹਦੇ ਵਿੱਚੋਂ ਕਰੰਟ ਫਲੋ ਕਰੇਗਾ। ਭਾਵ ਤੁਸੀਂ ਘਰ ਵਿੱਚ ਜਦੋਂ ਪੱਖਾ ਜਾਂ ਲਾਈਟ ਜਲਾਉਣ ਵਾਸਤੇ ਸਵਿਚ ਔਨ ਕਰਦੇ ਹੋ, ਤੁਸੀਂ ਸਰਕਟ ਨੂੰ ਬੰਦ ਕਰਦੇ ਹੋ, ਠੀਕ ਹੈ। ਦੂਸਰੇ ਪਾਸੇ ਜਦੋਂ ਤੁਸੀਂ ਆਫ ਕਰਦੇ ਹੋ, ਤੁਸੀਂ ਸਰਕਟ ਨੂੰ ਖੋਲ ਦਿੰਦੇ ਹੋ, ਮੀਨਸ ਉਸ ਵੇਲੇ ਬਿਜਲੀ ਤਾਰਾ ਉਹਦੇ ਵਿੱਚੋਂ ਫਲੋ ਨਹੀਂ ਕਰਦੀ। ਮੂਵਿੰਗ ਨੈਕਸਟ, ਪੋਟੈਂਸ਼ੀਅਲ ਅੰਤਰ। ਹੁਣ ਬੇਟੇ ਪੋਟੈਂਸ਼ੀਅਲ ਅੰਤਰ ਤੇ ਬਿਜਲਈ ਪੋਟੈਂਸ਼ੀਅਲ ਮੈਂ ਇਹਨੂੰ ਸਾਈਡ ਬਾय ਸਾਈਡ ਤੁਹਾਨੂੰ ਕਵਰ ਕਰਵਾਉਣਾ ਚਾਹਨੀ ਆ। ਇਹ ਦੋਨੋਂ ਇੰਟਰ ਰਿਲੇਟਡ ਟੌਪਿਕਸ ਨੇ। ਬੇਸਿਕਲੀ ਇਹਨੂੰ ਆਮ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰੋ। ਮੇਰੇ ਕੋਲ ਇੱਕ ਇਕਾਈ ਚਾਰਜ ਹੈ, ਉਹ ਇਕਾਈ ਚਾਰਜ ਨੂੰ ਮੈਂ ਇੱਕ ਬਿੰਦੂ ਤੋਂ ਚੱਕ ਕੇ ਦੂਸਰੇ ਬਿੰਦੂ ਤੱਕ ਜੇ ਲਿਜਾਣਾ ਚਾਹਾਂ ਤੇ ਮੈਨੂੰ ਕੋਈ ਨਾ ਕੋਈ ਕੰਮ ਕਰਨਾ ਪਏਗਾ। ਉਸ ਕੰਮ ਨੂੰ ਜੋ ਕਿ ਇੱਕ ਬਿੰਦੂ ਤੋਂ ਇੱਕ ਚਾਰਜ ਨੂੰ ਚੱਕ ਕੇ ਦੂਸਰੇ ਵਿੱਚ ਲਿਜਾਣ ਲਈ ਕੀਤਾ ਗਿਆ ਹੈ, ਉਸ ਕੰਮ ਨੂੰ ਅਸੀਂ ਕੀ ਕਹਿੰਦੇ ਆ, ਪੋਟੈਂਸ਼ੀਅਲ ਅੰਤਰ। ਦੂਸਰੇ ਪਾਸੇ ਇਹੀ ਚਾਰਜ ਨੂੰ ਜੇ ਮੈਂ ਅਨੰਤ ਤੋਂ ਚੱਕ ਕੇ ਕਿਸੇ ਬਿੰਦੂ ਤੱਕ ਲੈ ਕੇ ਆਣਾ ਹੋਏ, ਅਗੇਨ ਮੈਨੂੰ ਕੁਝ ਕੰਮ ਕਰਨਾ ਪਏਗਾ, ਤੇ ਉਸ ਕੰਮ ਨੂੰ ਅਸੀਂ ਕੀ ਕਹਿੰਦੇ ਆ, ਬਿਜਲਈ ਪੋਟੈਂਸ਼ੀਅਲ। ਸੋ ਦੋਨਾਂ ਦੀ ਡੈਫੀਨੇਸ਼ਨ ਸੇਮ ਹੈ, ਦੋਨਾਂ ਨੂੰ ਹੀ ਅਸੀਂ ਕੀ ਕਹਿੰਦੇ ਆ, ਵਰਕ ਡਨ। ਕਿਹੜਾ ਵਰਕ ਡਨ, ਜੋ ਕਿ ਕੀਤਾ ਗਿਆ ਹੈ ਕਿਸੇ ਵੀ ਚਾਰਜ ਨੂੰ, ਇਕਾਈ ਚਾਰਜ ਨੂੰ ਇੱਕ ਥਾਂ ਤੋਂ ਦੂਜੀ ਥਾਂ ਵਿੱਚ ਲਿਜਾਣ ਵਾਸਤੇ। ਹੁਣ ਜਦੋਂ ਇਹ ਦੋ ਡਿਫਰੈਂਟ ਨੋਨ ਪੁਆਇੰਟਸ ਨੇ ਤੇ ਤੁਸੀਂ ਪੋਟੈਂਸ਼ੀਅਲ ਅੰਤਰ ਕਹਿਤਾ, ਤੇ ਜੇ ਤੁਸੀਂ ਅਨੰਤ ਤੋਂ ਉਹਨੂੰ ਕਿਸੇ ਪੁਆਇੰਟ ਤੇ ਲੈ ਕੇ ਆ ਰਹੇ ਹੋ, ਤੁਸੀਂ ਉਹਨੂੰ ਪੋਟੈਂਸ਼ੀਅਲ ਕਹਿਤਾ। ਦੋਨਾਂ ਹੀ ਕੇਸਿਸ ਵਿੱਚ ਇਹਨੂੰ ਕਿਹਦੇ ਵਿੱਚ ਮੈਜ਼ਰ ਕੀਤਾ ਜਾਂਦਾ ਹੈ, ਵੋਲਟਸ ਵਿੱਚ, ਰਾਈਟ। ਤੇ ਜੇ ਮੈਂ ਇਹਦਾ ਮੈਥਮੈਟੀਕਲ ਫਾਰਮੂਲਾ ਦੀ ਗੱਲ ਕਰਾਂ ਤੇ ਪੋਟੈਂਸ਼ੀਅਲ ਜਾਂ ਪੋਟੈਂਸ਼ੀਅਲ ਅੰਤਰ ਦਾ ਫਾਰਮੂਲਾ ਹੁੰਦਾ ਹੈ ਵਰਕ ਅਪੋਨ ਚਾਰਜ, ਯਾਨੀ ਕਿ W ਬਟਾ Q, ਕੰਮ ਬਟਾ ਚਾਰਜ, ਜਿਵੇਂ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ। ਹੁਣ ਪੋਟੈਂਸ਼ੀਅਲ ਜਾਂ ਪੋਟੈਂਸ਼ੀਅਲ ਅੰਤਰ ਦੀ ਜਿਹੜੀ ਇਕਾਈ ਹੈ ਮੈਂ ਦੱਸਦਾ ਕਿ ਵੋਲਟ ਹੁੰਦੀ ਹੈ, ਇਹਨੂੰ ਵੀ ਕੈਪੀਟਲ V ਨਾਲ ਦਰਸਾਉਂਦੇ ਆ। ਪਰ ਜੇ ਮੈਂ ਚਾਰਜ ਬਾਰੇ ਗੱਲ ਕਰਾਂ, ਉਹਦੀ ਇਕਾਈ ਪਿੱਛੇ ਤੁਸੀਂ ਸਿੱਖ ਕੇ ਆਏ ਹੋ, ਦੈਟ ਇਜ਼ ਕੂਲਮ। ਤੇ ਜੇ ਮੈਂ ਵਰਕ ਬਾਰੇ ਗੱਲ ਕਰਾਂ, ਉਹਦੀ ਇਕਾਈ ਹੁੰਦੀ ਬੇਟੇ ਜੂਲ। ਹੁਣ ਇਸੇ ਫਾਰਮੂਲਾ ਨੂੰ ਅਸੀਂ ਯੂਨਿਟਸ ਦੇ ਟਰਮਸ ਵਿੱਚ ਵੀ ਡਿਵੈਲਪ ਕਰ ਸਕਦੇ ਹਾਂ। 1 ਵੋਲਟ
बराबर 1 जूल बटा 1 कूलम। सो 1V इज इक्वल टू 1 जाउल पर कूलम, राइट। सो ਇਹ ਦੋਨਾਂ ਨੂੰ ਹਮੇਸ਼ਾ ਰਿਲੇਟ ਕਰਕੇ ਕਰਨਾ ਹੈ, ਡਿਫਰੈਂਟ ਟਰਮਸ ਨਹੀਂ ਹੈਗੀਆਂ, ਬਟ ਇਹਨਾਂ ਦੀ ਕਹਿ ਲਓ ਲਿਮਿਟਸ ਡਿਫਰੈਂਟ ਨੇ। ਹੁਣ ਜੇ ਮੈਂ ਪੋਟੈਂਸ਼ੀਅਲ ਜਾਂ ਪੋਟੈਂਸ਼ੀਅਲ ਅੰਤਰ ਮੈਜ਼ਰ ਕਰਨਾ ਚਾਹਨੀ ਆ ਤੇ ਅਗੇਨ ਜਿੱਦਾਂ ਕਰੰਟ ਨੂੰ ਮੈਜ਼ਰ ਕਰਨ ਲਈ ਮੈਂ ਡਿਵਾਈਸ ਯੂਜ਼ ਕੀਤਾ ਸੀ ਐਮਮੀਟਰ ਤੇ ਉਹਨੂੰ ਲੜੀਵਾਰ ਲਗਾਇਆ ਸੀ, ਇਦਾਂ ਹੀ ਇੱਥੇ ਪੋਟੈਂਸ਼ੀਅਲ ਜਾਂ ਪੋਟੈਂਸ਼ੀਅਲ ਅੰਤਰ ਨੂੰ ਮੈਜ਼ਰ ਕਰਨ ਵਾਸਤੇ ਮੈਂ ਇੱਕ ਡਿਵਾਈਸ ਯੂਜ਼ ਕਰਾਂਗੀ ਜਿਹਨੂੰ ਵੋਲਟਮੀਟਰ ਕਹਿੰਦੇ ਆ, ਤੇ ਇਹਨੂੰ ਸਾਡੇ ਸਰਕਟ ਵਿੱਚ ਹਮੇਸ਼ਾ ਹੀ ਪੈਰਲਲ ਜੋੜਿਆ ਜਾਏਗਾ, ਸਮਾਨਾਂਤਰ ਤਰਤੀਬ ਨਾਲ ਜੋੜਿਆ ਜਾਏਗਾ, ਕਿਉਂਕਿ ਸਮਾਨਾਂਤਰ ਜਦੋਂ ਵੀ ਕਿਸੇ ਚੀਜ਼ ਨੂੰ ਜੋੜਿਆ ਜਾਂਦਾ ਹੈ ਉਹਦੇ ਵਿੱਚ ਉਹਦਾ ਪੋਟੈਂਸ਼ੀਅਲ ਜਿਹੜਾ ਹੈ, ਉਹਦੀ ਵੋਲਟੇਜ ਜਿਹੜੀ ਹੈ ਉਹ ਸੇਮ ਰਹਿੰਦੀ ਹੈ। ਤੇ ਜਿੱਦਾਂ ਮੈਂ ਸਮਝਾ ਕੇ ਆਈ ਸੀ, ਅਸੀਂ ਕੋਈ ਵੀ ਡਿਵਾਈਸ ਯੂਜ਼ ਕਰ ਰਹੇ ਹਾਂ ਕਿਸੇ ਨੂੰ ਮਾਪਣ ਵਾਸਤੇ, ਅਸੀਂ ਨਹੀਂ ਚਾਹਾਂਗੇ ਕਿ ਉਹ ਡਿਵਾਈਸ ਇਟਸੈਲਫ ਉਹਦੀ ਰੀਡਿੰਗ ਤੇ ਕਿਸੇ ਪ੍ਰਕਾਰ ਦਾ ਪ੍ਰਭਾਵ ਪਾਏ। ਮੂਵਿੰਗ ਨੈਕਸਟ ਬੇਟੇ, ਓਮ ਦਾ ਨਿਯਮ। ਹੁਣ ਤੁਸੀਂ ਦੋ ਬਹੁਤ ਇੰਪੋਰਟੈਂਟ ਟਰਮ ਸਿੱਖ ਕੇ ਆ ਚੁੱਕੇ ਹੋ, ਦੈਟ ਇਜ਼ ਪੋਟੈਂਸ਼ੀਅਲ ਅੰਤਰ ਐਂਡ ਕਰੰਟ। ਹੁਣ ਓਮ ਇੱਕ ਬਹੁਤ ਵੱਡੇ ਵਿਗਿਆਨਕ ਸੀਗੇ ਜਿਨ੍ਹਾਂ ਨੇ ਇਹਨਾਂ ਦੋਨਾਂ ਟਰਮਸ ਨੂੰ ਆਪਸ ਵਿੱਚ ਰਿਲੇਟ ਕੀਤਾ। ਕਿਸੇ ਧਾਤ ਦੀ ਤਾਰ ਵਿੱਚ ਪ੍ਰਵਾਹਿਤ ਹੋਣ ਵਾਲੀ ਬਿਜਲੀ ਧਾਰਾ ਉਸ ਤਾਰ ਦੇ ਸਿਰਿਆਂ ਵਿੱਚ ਦੇ ਪੋਟੈਂਸ਼ੀਅਲ ਅੰਤਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ, ਪਰੰਤੂ ਤਾਰ ਦਾ ਤਾਪਮਾਨ ਸਮਾਨ ਰਹਿਣਾ ਚਾਹੀਦਾ ਹੈ। ਕਹਿਣ ਦਾ ਮਤਲਬ ਇੱਕ ਕੰਡੀਸ਼ਨ ਹੈ ਕਿ ਟੈਂਪਰੇਚਰ ਪ੍ਰੈਸ਼ਰ ਕੰਡੀਸ਼ਨਸ ਨੂੰ ਜੇ ਮੇਨਟੇਨਡ ਰੱਖਿਆ ਜਾਏ ਤੇ ਪੋਟੈਂਸ਼ੀਅਲ ਅੰਤਰ ਹਮੇਸ਼ਾ ਸਿੱਧਾ ਅਨੁਪਾਤੀ ਹੋਏਗਾ ਬਿਜਲੀ ਧਾਰਾ ਦੇ। that means V proportional to I। ਹੁਣ ਤੁਸੀਂ ਇਹ ਮੈਥਸ ਵਿੱਚ ਵੀ ਸਿੱਖਿਆ ਹੈ ਕਿ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ ਜੇ ਬਰਾਬਰ ਦੇ ਸਾਈਨ ਨਾਲ ਕਨਵਰਟ ਕਰਨਾ ਹੈ ਬੇਟੇ, ਤੇ ਸਾਨੂੰ ਹਮੇਸ਼ਾ ਸੱਜੇ ਪਾਸੇ ਕਿਸੇ ਸਥਿਰ ਅੰਕ ਨਾਲ ਉਹਨੂੰ ਗੁਣਾ ਕਰਨਾ ਪੈਂਦਾ ਹੈ। ਇੱਥੇ ਤੁਸੀਂ ਦੇਖ ਰਹੇ ਹੋ ਮੈਂ V ਪ੍ਰੋਪੋਰਸ਼ਨਲ I ਨੂੰ ਕਿਸ ਪ੍ਰਕਾਰ ਨਾਲ ਲਿਖਿਆ ਹੈ, V ਬਰਾਬਰ IR, ਮੀਨਸ R ਕੀ ਹੈ, ਇੱਕ ਸਥਿਰ ਅੰਕ, ਤੇ ਇਸ ਸਥਿਰ ਅੰਕ ਦਾ ਕੁਝ ਹੋਰ ਨਾਮ ਨਹੀਂ ਹੈ, that is ਪ੍ਰਤੀਰੋਧ, resistance। ਇਹਦੀ ਇਕਾਈ ਕੀ ਹੁੰਦੀ ਹੈ, ਵਿਗਿਆਨਕ ਦੇ ਨਾਮ ਦੇ ਉੱਤੇ ਹੀ ਇਹਦੀ ਇਕਾਈ ਦਾ ਨਾਮ ਰੱਖਿਆ ਗਿਆ ਹੈ, that is ohms। ਇਹਦਾ ਬੇਟਾ ਸਿੰਬਲ ਬੜਾ ਟਿਪੀਕਲ ਹੈ, ਤੁਹਾਨੂੰ ਇਹਦੀ ਪਹਿਚਾਨ ਹੋਣੀ ਚਾਹੀਦੀ ਹੈ, ਰਾਈਟ। ਸੋ ਅਗਰ ਮੈਂ ਪ੍ਰਤੀਰੋਧ ਦਾ ਫਾਰਮੂਲਾ ਡਿਜ਼ਾਈਨ ਕਰਨਾ ਚਾਹਾਂ ਤੇ ਮੈਂ ਓਮਸ ਲਾਅ ਦੇ ਫਾਰਮੂਲਾ ਤੋਂ ਹੀ ਇਹਦਾ ਡਿਜ਼ਾਈਨ ਕਰ ਸਕਦੀ ਹਾਂ ਫਾਰਮੂਲਾ, that is R ਬਰਾਬਰ V ਬਟਾ I। ਤੇ ਯਾਦ ਰੱਖਿਓ ਇਸ ਫਾਰਮੂਲਾ ਤੇ ਤੁਹਾਨੂੰ ਕੁਐਸਚਨਸ ਡਿਵੈਲਪ ਕੀਤੇ ਜਾ ਸਕਦੇ ਤੁਹਾਡੇ ਲਈ, that is ਕਿ ਮੈਂ ਕਹਿ ਦਵਾਂ ਜੀ ਜਿਹੜੀ ਪੋਟੈਂਸ਼ੀਅਲ ਹੈ ਮੈਂ 2 ਗੁਣਾ ਕਰਤੀ ਤੇ ਪ੍ਰਤੀਰੋਧ ਤੇ ਕੀ ਫਰਕ ਪਏਗਾ। ਹੁਣ ਆਮ ਬੱਚੇ ਹਮੇਸ਼ਾ ਇਹ ਜਵਾਬ ਦਿੰਦੇ ਆ ਕਿ ਮੈਡਮ ਸੱਜੇ ਪਾਸੇ 2 ਨਾਲ ਗੁਣਾ ਕੀਤਾ ਹੈ ਤੇ ਉਹ ਸਿੱਧਾ ਅਨੁਪਾਤੀ ਨਜ਼ਰ ਆ ਰਿਹਾ ਹੈ, ਤੇ ਉਹਨਾਂ ਨੇ ਕਹਿ ਦੇਣਾ ਜੀ ਪ੍ਰਤੀਰੋਧ ਵੀ 2 ਗੁਣਾ ਹੋ ਗਿਆ। ਦੂਸਰੇ ਪਾਸੇ ਜੇ ਮੈਂ ਕੁਐਸਚਨ ਪੁੱਛ ਲਾਂ ਕਿ ਜੀ ਮੈਂ ਕਰੰਟ ਨੂੰ 2 ਗੁਣਾ ਕਰਤਾ ਤੇ ਪ੍ਰਤੀਰੋਧ ਤੇ ਕੀ ਫਰਕ ਪਿਆ, ਤੇ ਉੱਥੇ ਬੱਚੇ ਆਮ ਤੌਰ ਤੇ ਮੈਨੂੰ ਇਹੀ ਜਵਾਬ ਦਿੰਦੇ ਆ ਕਿ ਮੈਡਮ ਉਹ ਅੱਧਾ ਰਹਿ ਜਾਏਗਾ ਕਿਉਂਕਿ ਉਹਦੇ ਉਲਟ ਅਨੁਪਾਤੀ ਹੈ। ਪਰ ਇਹ ਦੋਨੋਂ ਜਵਾਬ ਗਲਤ ਨੇ ਬੇਟੇ। ਐਕਚੁਅਲੀ ਅਸੀਂ ਤੁਹਾਨੂੰ ਇਸ ਨਿਯਮ ਅਨੁਸਾਰ ਇਹ ਸਿਖਾਇਆ ਹੈ ਕਿ ਜਦੋਂ ਕਦੇ ਵੀ V ਬਦਲੇਗਾ I ਆਟੋਮੈਟਿਕਲੀ ਬਦਲ ਜਾਏਗਾ, ਮੀਨਸ ਅਸੀਂ ਸਿੱਖ ਲਿਆ ਹੈ ਕਿ V I ਦੇ ਸਿੱਧਾ ਅਨੁਪਾਤੀ ਹੈ, ਮੀਨਸ ਜੇ V 2 ਗੁਣਾ ਹੋਵੇਗਾ ਤਾਂ ਆਟੋਮੈਟਿਕਲੀ I ਵੀ 2 ਗੁਣਾ ਹੋ ਜਾਏਗਾ, ਜਿਸ ਕਰਕੇ ਇਹਨਾਂ ਦਾ ਜਿਹੜਾ ਰੇਸ਼ੋ ਹੈ ਉਹ ਹਮੇਸ਼ਾ ਸਥਿਰ ਰਹੇਗਾ, ਤੇ ਉਸੇ ਸਥਿਰ ਅੰਕ ਨੂੰ ਤੁਸੀਂ ਕੀ ਨਾਮ ਦਿੱਤਾ ਹੈ, that is ਪ੍ਰਤੀਰੋਧ। ਸੋ ਇਸ ਤੇ ਤੁਹਾਡੇ MCQs ਡਿਜ਼ਾਈਨ ਹੁੰਦੇ ਨੇ। ਮੂਵਿੰਗ ਨੈਕਸਟ, ਪਰਿਵਰਤਨਸ਼ੀਲ ਪ੍ਰਤੀਰੋਧ ਜਾਂ ਰਿਓਸਟੈਟ। ਹੁਣ ਸਾਨੂੰ ਪ੍ਰਤੀਰੋਧ ਬਾਰੇ ਪਤਾ ਲੱਗ ਗਿਆ, ਬਟ ਕਈ ਵਾਰ ਸਰਕਿਟਸ ਵਿੱਚ ਸਾਨੂੰ ਆਪਣੀ ਲੋੜ ਅਨੁਸਾਰ ਕਰੰਟ ਵਧਾਉਣਾ ਜਾਂ ਘਟਾਉਣਾ ਪੈਂਦਾ ਹੈ। ਹੁਣ ਉਸ ਵਾਸਤੇ ਅਸੀਂ ਚਾਹਾਂਗੇ ਕਿ ਸਾਡੇ ਕੋਲ ਕੋਈ ਇਦਾਂ ਦਾ ਡਿਵਾਈਸ ਹੋਏ ਸਰਕਿਟ ਵਿੱਚ ਲੱਗਾ ਹੋਇਆ ਜਿਸ ਦੇ ਹੈਲਪ ਨਾਲ ਅਸੀਂ ਕਰੰਟ ਦੀ ਵੈਲਿਊ ਨੂੰ ਚੇਂਜ ਕਰ ਸਕੀਏ। ਉਹਦੇ ਲਈ ਬੈਸਟ ਹੁੰਦਾ ਹੈ ਬੇਟਾ ਰਿਓਸਟੈਟ। ਹੁਣ ਰਿਓਸਟੈਟ ਕੀ ਹੈ, ਇੱਕ ਵੇਰੀਏਬਲ ਰੈਜ਼ਿਸਟੈਂਸ ਹੈ, ਮੀਨਸ ਮੈਂ ਆਪਣੀ ਲੋੜ ਅਨੁਸਾਰ ਇਹਦੀ ਰੈਜ਼ਿਸਟੈਂਸ ਨੂੰ, ਪ੍ਰਤੀਰੋਧ ਨੂੰ ਘਟਾ ਜਾਂ ਵਧਾ ਸਕਦੀ ਹਾਂ। ਜਦੋਂ ਮੈਂ ਰੈਜ਼ਿਸਟੈਂਸ ਨੂੰ ਵਧਾਵਾਂਗੀ ਕਰੰਟ ਘਟ ਜਾਏਗਾ, ਐਂਡ ਵਾਈਸ ਵਰਸਾ। ਜੇ ਮੈਂ ਮਤਲਬ ਮੈਨੂੰ ਘੱਟ ਕਰੰਟ ਚਾਹੀਦਾ ਹੈ ਤੇ ਮੈਂ ਰੈਜ਼ਿਸਟੈਂਸ ਨੂੰ ਵਧਾ ਲਾਂਗੀ, ਜੇ ਮੈਨੂੰ ਵੱਧ ਕਰੰਟ ਚਾਹੀਦਾ ਹੈ ਤੇ ਮੈਂ ਰੈਜ਼ਿਸਟੈਂਸ ਨੂੰ ਘਟਾ ਦਾਂਗੀ, ਮੀਨਸ ਆਪਣੀ ਲੋੜ ਅਨੁਸਾਰ ਅਸੀਂ ਮੂਵ ਕਰ ਸਕਦੇ ਹਾਂ। ਇਹ ਇੱਕ ਅਜਿਹਾ ਯੰਤਰ ਹੈ ਜਿਹੜਾ ਬਿਜਲੀ ਸਰਕਿਟ ਵਿੱਚ ਪ੍ਰਤੀਰੋਧ ਨੂੰ ਬਦਲਣ ਨਾਲ ਬਿਜਲੀ ਤਾਰਾਂ ਦੇ ਪ੍ਰਮਾਣ ਨੂੰ ਬਦਲ ਦਿੰਦਾ ਹੈ, ਜਾਂ ਇਹ ਵੋਲਟੇਜ ਸੋਮੇ ਨੂੰ ਬਿਨਾਂ ਬਦਲੇ
ਬਿਜਲੀ ਤਾਰਾਂ ਨੂੰ ਪ੍ਰਵਾਹਿਤ ਕਰਨ ਵਾਲਾ ਯੰਤਰ ਹੈ। ਸੋ ਇਹਦੀ ਹੋਰ ਬੜੀ ਅੱਛੀ ਸਿੰਪਲੀਫਾਈਡ ਡੈਫੀਨੇਸ਼ਨ ਹੈ ਕਿ ਵੋਲਟੇਜ ਸੋਮੇ ਨੂੰ, ਜਿਹੜਾ ਸੋਰਸ ਆਫ ਵੋਲਟੇਜ ਹੈ, ਉਹਨੂੰ ਬਿਨਾਂ ਕੋਈ ਚੇਂਜ ਕੀਤੇ ਇਹ ਸਾਨੂੰ ਕਿਹਦਾ ਪ੍ਰੋਵੀਜ਼ਨ ਦਿੰਦਾ ਹੈ ਕਿ ਕਰੰਟ ਜਿਹੜਾ ਹੈ ਅਸੀਂ ਉਹਨੂੰ ਮੈਨੇਜ ਕਰ ਸਕੀਏ ਆਪਣੀ ਲੋੜ ਅਨੁਸਾਰ। ਨੈਕਸਟ ਇਜ਼ ਬੇਟੇ ਬਿਜਲਈ ਚਾਲਕ, ਉਹ ਪਦਾਰਥ ਜਿਨ੍ਹਾਂ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ। ਹੁਣ ਬਿਜਲੀ ਚਾਲਕ ਕੰਡਕਟਰਸ ਨੈਚੁਰਲੀ ਜਿਨ੍ਹਾਂ ਵਿੱਚੋਂ ਬੜਾ ਈਜ਼ੀਲੀ ਕਰੰਟ ਫਲੋ ਕਰੇਗਾ। ਠੀਕ ਹੈ, ਸ਼ਾਇਦ ਯੂ ਆਲ ਆਰ ਅਵੇਅਰ ਕਿ ਕਿਹੜਾ ਸਭ ਤੋਂ ਅੱਛਾ ਬਿਜਲੀ ਚਾਲਕ ਹੈ। ਇਦਾਂ ਦੇ ਕੁਐਸਚਨਸ ਤੁਹਾਨੂੰ ਪੁੱਛੇ ਜਾ ਸਕਦੇ ਆ। ਚਾਲਕਾਂ ਵਿੱਚ ਸੁਤੰਤਰ ਇਲੈਕਟ੍ਰੋਨ ਹੁੰਦੇ ਹਨ। ਹੁਣ ਇਹ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿਉਂ ਬਿਜਲੀ ਚਾਲਕ ਵਿੱਚ ਅਜਿਹੀ ਕਿਹੜੀ ਚੀਜ਼ ਹੁੰਦੀ ਹੈ ਇਨਫੈਕਟ ਜੋ ਕਿ ਬਿਜਲੀ ਤਾਰਾਂ ਨੂੰ ਈਜ਼ੀਲੀ ਫਲੋ ਕਰਾਉਂਦੀ ਹੈ ਤੇ ਉਹਨਾਂ ਕੋਲ ਕੈਰੀਅਰਸ ਹੁੰਦੇ ਆ। ਉਹ ਕੈਰੀਅਰਸ ਦਾ ਕੀ ਨਾਮ ਹੈ? that is electrons. Now you also know about nichrome, NiChrome, right? ਇਹ ਨਿਕਲ ਤੇ ਕ੍ਰੋਮੀਅਮ, Ni means ਨਿਕਲ ਤੇ ਬੈਕ ਐਂਡ ਜਿਹੜਾ ਹੈ ਸਾਡਾ ਕ੍ਰੋਮ, that is chromium, ਤੇ ਨਾਲ ਮੈਂਗਨੀਜ਼ ਅਤੇ ਲੋਹੇ ਧਾਤ ਦਾ ਅਲੋਏ ਹੈ। ਸੋ ਆਈ ਹੋਪ ਯੂ ਨੋ ਕਿ ਅਲੋਏ ਕੀ ਹੁੰਦੇ ਹੈ। ਅਲੋਏ ਬੇਸਿਕਲੀ ਬੇਟਾ ਮਿਕਸਚਰ ਹੈ, ਦੋ ਤਿੰਨ ਧਾਤਾਂ ਨੂੰ ਮਿਲਾ ਕੇ ਇੱਕ ਨਵਾਂ ਮਟੀਰੀਅਲ ਬਣਾਇਆ ਜਾਂਦਾ ਹੈ ਜੋ ਸਾਡੀ ਲੋੜ ਅਨੁਸਾਰ ਕੰਮ ਆ ਸਕੇ। ਠੀਕ ਹੈ, ਕਿਉਂਕਿ ਹਰੇਕ ਜਿਹੜੀ ਧਾਤ ਹੈ ਉਹਦੀ ਆਪਣੀਆਂ ਕੁਆਲਿਟੀਜ਼ ਨੇ, ਬਟ ਮਿਕਸ ਕਰਕੇ ਕਈ ਵਾਰ ਇਹਨਾਂ ਦੀ ਜਿਹੜੀ ਕੁਆਲਿਟੀਜ਼ ਹੈ, ਇਹਨਾਂ ਦੇ ਟ੍ਰੈਂਡਸ ਨੇ, ਉਹ ਚੇਂਜ ਹੋ ਜਾਂਦੇ ਹੈ ਤੇ ਸਾਡੀ ਰਿਕੁਆਇਰਮੈਂਟ ਪੂਰੀ ਕਰਦੇ ਆ। ਚਾਲਕ ਦਾ ਪ੍ਰਤੀਰੋਧ ਕਿਸ ਤੇ ਨਿਰਭਰ ਕਰਦਾ ਹੈ? ਹੁਣ ਜਿਹੜਾ ਪ੍ਰਤੀਰੋਧ ਬਾਰੇ ਅਸੀਂ ਜਾਣਕਾਰੀ ਲਿੱਤੀ ਹੈ, ਮੈਂ ਤੁਹਾਨੂੰ ਬੜਾ ਕਲੀਅਰਲੀ ਦੱਸਿਆ ਸੀ ਕਿ ਪ੍ਰਤੀਰੋਧ ਜਿਹੜਾ ਹੈ ਉਹ V ਜਾਂ I ਤੇ ਡਿਪੈਂਡ ਨਹੀਂ ਕਰਦਾ। ਜੇ V ਚੇਂਜ ਹੋਏਗੀ I ਵੀ ਚੇਂਜ ਹੋ ਜਾਏਗਾ, ਜਿਹਦੇ ਕਰਕੇ ਹਮੇਸ਼ਾ ਉਹਨਾਂ ਦਾ ਰੇਸ਼ੋ ਹਮੇਸ਼ਾ ਕਾਂਸਟੈਂਟ ਆਏਗਾ, that is R remains constant। ਬਟ ਹੁਣ ਪੁਆਇੰਟ ਇਹ ਹੈਗਾ ਕਿ ਇਹ ਡਿਪੈਂਡ ਕਰਦਾ ਹੈ ਤੇ ਕਿਸ ਤੇ ਡਿਪੈਂਡ ਕਰਦਾ ਹੈ। ਸੋ ਕੁਝ ਫੈਕਟਰਸ ਮੇਨ ਹੈਗੇ ਆ ਮੈਥਮੈਟਿਕਲੀ, ਅਸੀਂ ਮੰਨੀਏ ਤੇ ਇਹ ਸਿਰਫ ਦੋ ਪੁਆਇੰਟਸ ਤੇ ਡਿਪੈਂਡ ਕਰਦਾ ਹੈ, ਇੱਕ ਲੰਬਾਈ ਤੇ ਇੱਕ ਖੇਤਰਫਲ। ਲੰਬਾਈ ਦੇ ਬੇਟਾ ਇਹ ਸਿੱਧਾ ਅਨੁਪਾਤੀ ਹੈ, ਬਟ ਖੇਤਰਫਲ ਦੇ ਇਹ ਉਲਟ ਅਨੁਪਾਤੀ ਹੈ। ਸੋ ਜਿੱਦਾਂ ਫਰਸਟ ਟੂ ਪੁਆਇੰਟਸ ਤੁਸੀਂ ਪੜ੍ਹ ਪਾ ਰਹੇ ਹੋ, ਸਿੱਧਾ ਅਨੁਪਾਤੀ ਹੈ ਚਾਲਕ ਦੀ ਲੰਬਾਈ ਤੇ ਚਾਲਕ ਦੇ ਪਰਿਖੇਤਰ ਦੀ ਕਾਟ ਦੇ ਖੇਤਰਫਲ ਦਾ ਉਲਟ ਅਨੁਪਾਤੀ ਹੈ। ਸੋ ਮੈਥਮੈਟਿਕਲੀ ਇਹ ਮੇਨ ਦੋ ਪੁਆਇੰਟਸ ਹੈ। ਜੇ ਅਸੀਂ ਇਹਨਾਂ ਨੂੰ ਕੰਬਾਈਨ ਕਰੀਏ ਸਾਡੇ ਕੋਲ ਕੀ ਫਾਰਮੂਲਾ ਬਣ ਜਾਏਗਾ? R ਪ੍ਰੋਪੋਰਸ਼ਨਲ ਟੂ L ਬਟਾ A। ਅਗੇਨ ਪ੍ਰੋਪੋਰਸ਼ਨੈਲਿਟੀ ਸਾਈਨ ਆ ਗਿਆ। ਸੋ ਜਿੱਦਾਂ ਮੈਂ ਪਹਿਲੇ ਦੱਸਿਆ ਸੀ ਓਮਸ ਲਾਅ ਦੇ ਟਾਈਮ ਕਿ ਪ੍ਰੋਪੋਰਸ਼ਨੈਲਿਟੀ ਸਾਈਨ ਨੂੰ ਜਦੋਂ ਹਟਾਣਾ ਹੈ, ਬਰਾਬਰ ਦਾ ਸਾਈਨ ਪਾਣਾ ਹੈ, ਤੇ ਸਾਨੂੰ ਸੱਜੇ ਪਾਸੇ ਕਿਸੇ ਸਥਿਰ ਅੰਕ ਨਾਲ ਇਹਨੂੰ ਗੁਣਾ ਕਰਨਾ ਪਏਗਾ। ਇੱਥੇ ਅਸੀਂ ਜਦੋਂ ਉਹਨੂੰ ਗੁਣਾ ਕਰਾਂਗੇ ਤੇ ਅਸੀਂ ਇੱਕ ਨਵੇਂ ਕਾਂਸਟੈਂਟ ਦੇ ਨਾਲ ਇਹਨੂੰ ਗੁਣਾ ਕਰ ਰਹੇ ਹਾਂ ਜੋ ਦੇਖਣ ਨੂੰ ਤੁਹਾਨੂੰ ਸਮਾਲ p ਵਰਗਾ ਲੱਗ ਰਿਹਾ, ਬਟ ਇਸ ਸਾਈਨ ਦਾ, ਇਸ ਚਿੰਨ੍ਹ ਦਾ ਜਿਹੜਾ ਨਾਮ ਹੈ ਉਹਨੂੰ ਰੋ ਕਿਹਾ ਜਾਂਦਾ ਹੈ। ਠੀਕ ਹੈ, ਰੋ ਅਨੁਪਾਤੀ ਸਥਿਰ ਅੰਕ ਹੈ which is basically ਪ੍ਰਤੀਰੋਧਕਤਾ, ਜਿਹਨੂੰ ਨਾਮ ਦਿੱਤਾ ਗਿਆ ਹੈ। ਇਹਦਾ ਨਾਮ ਕੀ ਰੱਖਤਾ? ਪ੍ਰਤੀਰੋਧਕਤਾ। ਇਹਦੀ ਇਕਾਈ ਕੀ ਹੋਏਗੀ ਬੇਟੇ? ਓਮ ਮੀਟਰ। ਉਹ ਕਿੱਦਾਂ ਡਿਵੈਲਪ ਹੋਏਗੀ? ਤੁਸੀਂ ਇਸ ਫਾਰਮੂਲੇ ਨੂੰ ਜ਼ਰਾ ਧਿਆਨ ਨਾਲ ਦੇਖੋ। ਜੇ ਇੱਥੋਂ ਮੈਂ ਰੋ ਦਾ ਫਾਰਮੂਲਾ ਡਿਵੈਲਪ ਕਰਦੀ ਹਾਂ ਤੇ ਉਹ ਕੀ ਬਣੇਗਾ? ਰੋ ਬਰਾਬਰ R ਗੁਣਾ A ਬਟਾ L। R ਗੁਣਾ A ਬਟਾ L। ਹੁਣ R ਦਾ ਯੂਨਿਟ ਕੀ ਹੈ? ਇਕਾਈ ਕੀ ਹੈ? ਓਮ। A ਕੀ ਹੁੰਦਾ ਬੇਟਾ? ਖੇਤਰਫਲ। ਖੇਤਰਫਲ ਦੀ ਇਕਾਈ ਕਿੰਨੀ ਹੁੰਦੀ ਹੈ? ਮੀਟਰ ਸਕੁਆਇਰ। ਤੇ L ਦੀ ਇਕਾਈ ਕੀ ਹੁੰਦੀ ਹੈ? ਮੀਟਰ। ਮੀਟਰ ਸਕੁਆਇਰ ਤੇ ਮੀਟਰ ਆਪਸੀ ਕੱਟੇ ਜਾਣਗੇ ਤੇ ਸਾਡੇ ਕੋਲ ਕੀ ਬਚ ਜਾਏਗਾ? ਓਮ ਮੀਟਰ। ਇਹਨੂੰ ਪੇਪਰ ਪੈਨ ਤੇ ਕਰਕੇ ਦੇਖੋਗੇ ਤਾਂ ਯੂ ਵਿਲ ਫਾਈਂਡ ਇਟ ਵੈਰੀ ਈਜ਼ੀ। ਰੋ ਪਦਾਰਥ ਦਾ ਵਿਸ਼ੇਸ਼ ਗੁਣ ਹੈ। ਹੁਣ ਕਿਸੇ ਵੀ ਪਦਾਰਥ ਦਾ ਜਿਹੜੀ ਪ੍ਰਤੀਰੋਧਕਤਾ ਹੁੰਦੀ ਹੈ ਉਹਦਾ ਵਿਸ਼ੇਸ਼ ਗੁਣ ਹੁੰਦਾ ਹੈ। ਮੀਨਸ ਇੱਕ ਕੋਈ ਵੀ ਮਟੀਰੀਅਲ ਮੈਂ ਲੈ ਲਿਆ, ਲੰਬਾ ਲਿੱਤਾ, ਛੋਟਾ ਲਿੱਤਾ, ਜਿੱਦਾਂ ਦਾ ਮਰਜ਼ੀ ਲਿੱਤਾ, ਬਟ ਉਸ ਮਟੀਰੀਅਲ ਦੀ ਉਹ ਪ੍ਰੋਪਰਟੀ ਹੈ ਕਿ ਉਹਦੀ ਪ੍ਰਤੀਰੋਧਕਤਾ ਫਿਕਸ ਹੈ। ਉਹਦੀ ਲੰਬਾਈ, ਖੇਤਰਫਲ ਉਸ ਤੇ ਫਰਕ ਨਹੀਂ ਪਾਏਗੀ। ਧਾਤਾਂ ਅਤੇ ਮਿਸ਼ਰਤ ਧਾਤਾਂ ਦੀ ਪ੍ਰਤੀਰੋਧਕਤਾ ਬਹੁਤ ਘੱਟ ਹੁੰਦੀ ਹੈ। ਦਿਸ ਇਜ਼ ਸਮਥਿੰਗ ਜੋ ਤੁਸੀਂ ਲਰਨ ਰੱਖਣਾ ਹੈ ਅਗੇਨ ਆਪਣੇ MCQs ਵਾਸਤੇ। ਉਹਦੀ ਰੇਂਜ ਇਫ ਪੋਸੀਬਲ ਯਾਦ ਰੱਖੋ ਕਿ ਜਿਹੜੇ ਵੀ ਧਾਤ ਨੇ ਜਾਂ ਮਿਸ਼ਰਤ ਧਾਤ ਨੇ ਉਹਨਾਂ ਦੀ ਜਿਹੜੀ ਪ੍ਰਤੀਰੋਧਕਤਾ ਹੈ ਉਹ ਘੱਟ ਹੈ। ਅਫਕੋਰਸ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਜੇ ਇਹ ਘੱਟ ਹੋਏਗੀ ਤਾਂ ਕਰੰਟ ਉਹਦੇ ਵਿੱਚੋਂ ਬੈਟਰ ਪਾਸ ਕਰੇਗਾ। ਤੇ ਕਿੰਨੀ ਹੈ ਇਹਦਾ ਆਰਡਰ ਯਾਦ ਕਰਨਾ ਹੈ? 10 ਦੀ ਘਾਤ -8 ਓਮ ਮੀਟਰ
to 10 raised to power minus 6 ohm meters। ਪਦਾਰਥ ਦਾ ਪ੍ਰਤੀਰੋਧ ਅਤੇ ਪ੍ਰਤੀਰੋਧਕਤਾ ਦੋਵੇਂ ਹੀ ਤਾਪਮਾਨ ਵਿੱਚ ਪਰਿਵਰਤਨ ਦੇ ਨਾਲ ਪਰਿਵਰਤਿਤ ਹੋ ਜਾਂਦੇ ਨੇ। ਸੋ ਜੇ ਪ੍ਰਤੀਰੋਧ ਜਾਂ ਪ੍ਰਤੀਰੋਧਕਤਾ ਬਾਰੇ ਗੱਲ ਕਰ ਰਹੇ ਹਾਂ, ਉਹਦੇ ਤਾਪਮਾਨ ਵਿੱਚ ਪਰਿਵਰਤਨ ਜੇ ਆ ਗਿਆ ਤੇ ਫਿਰ ਇਹ ਦੋਨੋਂ ਚੇਂਜ ਹੋ ਜਾਣਗੇ, ਕਿਉਂਕਿ ਅਸੀਂ ਇੱਕ ਕੰਡੀਸ਼ਨ ਇਹ ਰੱਖੀ ਹੈ ਕਿ ਸਾਡੀ ਪ੍ਰੈਸ਼ਰ ਟੈਂਪਰੇਚਰ ਕੰਡੀਸ਼ਨਸ ਮੇਨਟੇਨਡ ਰਹਿਣੀਆਂ ਚਾਹੀਦੀਆਂ, ਠੀਕ ਹੈ, ਤਾਂ ਹੀ ਇਹ ਵੈਲਿਡ ਹੈ, ਅਦਰਵਾਈਜ਼ ਨਹੀਂ। ਪ੍ਰਤੀਰੋਧਕਤਾ ਨੂੰ ਬਿਜਲਈ ਸਰਕਟ ਵਿੱਚ ਲੜੀ ਵਿੱਚ ਜੋੜਨ ਨਾਲ ਬਿਜਲਈ ਸਰਕਟ ਦਾ ਕੁੱਲ ਪ੍ਰਤੀਰੋਧ ਵੱਧ ਜਾਂਦਾ ਹੈ, ਰਾਈਟ। ਹੁਣ ਬੇਟੇ ਜੇ ਮੇਰੇ ਕੋਲ ਇੱਕ ਤੋਂ ਵੱਧ ਪ੍ਰਤੀਰੋਧ ਹੋਣਗੇ, ਠੀਕ ਹੈ, ਮੇਰੇ ਕੋਲ ਜਿਹੜੇ ਪ੍ਰਤੀਰੋਧ ਨੇ ਉਹਨੂੰ ਮੈਂ ਮੁੱਖ ਤੌਰ ਤੇ ਦੋ ਤਰਤੀਬ ਨਾਲ ਜੋੜ ਸਕਦੀ ਹਾਂ, ਜਾਂ ਸਮਾਨਾਂਤਰ ਜਾਂ ਲੜੀਵਾਰ। ਜੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਲੜੀਵਾਰ ਜੋੜ ਦੇਵਾਂ ਤੇ ਅਸੀਂ ਕੀ ਕਹਿੰਦੇ ਆ ਵੀ ਉਹਦੀ ਟੋਟਲ ਨੈਟ ਵੈਲਿਊ ਜਿਹੜੀ ਆ ਉਹ ਵੱਧ ਜਾਂਦੀ ਹੈ। ਜਿਵੇਂ ਤੁਸੀਂ ਦੇਖ ਪਾ ਰਹੇ ਹੋ, ਆਰ ਦਾ ਸਬਸਕ੍ਰਿਪਟ ਅਸੀਂ ਲਿਖਿਆ ਐਸ, ਐਸ ਮੀਨਸ ਸੀਰੀਜ਼, ਲੜੀਵਾਰ ਨੂੰ ਸੀਰੀਜ਼ ਕਿਹਾ ਜਾਂਦਾ ਹੈ ਇੰਗਲਿਸ਼ ਵਿੱਚ। ਸੋ ਇਹਨੂੰ ਸਿੰਪਲੀ ਬੇਟਾ ਐਡ ਕਰਨਾ ਹੈ ਤੇ ਹਰ ਛੋਟਾ ਪ੍ਰਤੀਰੋਧ ਜਿਹੜਾ ਹੈ ਐਡ ਹੋਣ ਤੇ ਸਾਨੂੰ ਇੱਕ ਵੱਡੀ ਵੈਲਿਊ ਦੇ ਰਿਹਾ ਹੈ ਪ੍ਰਤੀਰੋਧ ਦੀ। ਦੂਸਰੇ ਪਾਸੇ ਜੇ ਮੈਨੂੰ ਕਿਸੇ ਕਾਰਨ ਪ੍ਰਤੀਰੋਧ ਨੂੰ ਘਟਾਉਣਾ ਹੈ ਤੇ ਉਹਦੇ ਵਿੱਚ ਮੈਂ ਕੀ ਕਰਾਂਗੀ, ਮੈਂ ਇਹਨਾਂ ਨੂੰ, ਇਹ ਸਾਰੇ ਪ੍ਰਤੀਰੋਧਾਂ ਨੂੰ ਸਮਾਨਾਂਤਰ ਤਰਤੀਬ ਨਾਲ ਜੋੜਾਂਗੀ। ਉਹਦੇ ਵਿੱਚ ਜਿਹੜਾ ਇਹਨਾਂ ਦਾ ਨੈਟ ਰਿਜ਼ਲਟੈਂਟ ਜਿਹੜਾ ਪ੍ਰਤੀਰੋਧ ਹੁੰਦਾ ਹੈ, ਰੈਜ਼ਿਸਟੈਂਸ ਹੁੰਦੀ ਹੈ, ਉਹ ਬਹੁਤ ਰਿਡਿਊਸ ਹੋ ਜਾਂਦੀ ਹੈ। ਇਨਫੈਕਟ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਮੈਨੂੰ ਪ੍ਰਤੀਰੋਧ ਦਿੱਤੇ ਗਏ ਉਹਨਾਂ ਵਿੱਚ ਜਿਹੜੀ ਸਭ ਤੋਂ ਛੋਟੀ ਵੈਲਿਊ ਹੋਏਗੀ ਉਸ ਤੋਂ ਵੀ ਸਾਡਾ ਟੋਟਲ ਜਵਾਬ ਘੱਟ ਆਏਗਾ, ਕਿਉਂਕਿ ਇਹ ਸਾਰਿਆਂ ਦੇ ਰੈਸੀਪ੍ਰੋਕਲਸ ਦਾ ਸਮ ਹੈ। ਜਿਵੇਂ ਤੁਸੀਂ ਦੇਖ ਪਾ ਰਹੇ ਹੋ 1/rp ਬਰਾਬਰ 1/r1 ਐਂਡ ਸੋ ਔਨ 1/rn। ਸੋ ਇਹ ਕੁਝ ਬੇਸਿਕ ਸੈਟਅਪਸ ਨੇ ਜਿਹਦੇ ਨਾਲ ਅਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਪ੍ਰਤੀਰੋਧ ਨੂੰ ਵਧਾ ਜਾਂ ਘਟਾ ਸਕਦੇ ਹਾਂ। ਦੇਅਰ ਬਾਏ ਅਸੀਂ ਕਹਿ ਸਕਦੇ ਹਾਂ ਅਸੀਂ ਕਰੰਟ ਨੂੰ ਵਧਾ ਜਾਂ ਘਟਾ ਸਕਦੇ ਹਾਂ। ਬਿਜਲੀ ਧਾਰਾ ਦੇ ਤਾਪਨ ਪ੍ਰਭਾਵ। ਹੁਣ ਤੁਸੀਂ ਬਹੁਤ ਵਾਰ ਨੋਟ ਕੀਤਾ ਹੋਣਾ ਹੈ ਕਿ ਕਿਸੇ ਵੀ ਡਿਵਾਈਸ ਵਿੱਚ ਜੇ ਲਗਾਤਾਰ ਕਰੰਟ ਪਾਸ ਕਰਦਾ ਹੈ, ਸਭ ਤੋਂ ਈਜ਼ੀ ਐਗਜ਼ਾਮਪਲ ਹੈ ਨਾਰਮਲ ਬਲਬ। ਜਦੋਂ ਅਸੀਂ ਉਹ ਬਲਬ ਨੂੰ ਟੱਚ ਕਰਕੇ ਦੇਖੀਏ ਸਾਨੂੰ ਲੱਗਦਾ ਥੋੜੀ ਹੀ ਦੇਰ ਬਾਅਦ ਉਹ ਕਾਫੀ ਗਰਮ ਹੋ ਜਾਂਦਾ ਹੈ। ਇਹਦਾ ਮਤਲਬ ਜਿਹੜੀ ਬਿਜਲੀ ਧਾਰਾ ਹੈ ਉਹਦੇ ਵਿੱਚੋਂ ਇੱਕ ਖਾਸ ਪ੍ਰਭਾਵ ਪੈਦਾ ਹੁੰਦਾ ਹੈ ਜੋ ਉਹਦਾ ਤਾਪਨ ਪ੍ਰਭਾਵ ਹੈ। ਜਦੋਂ ਬਿਜਲੀ ਧਾਰਾ ਪ੍ਰਤੀਰੋਧ ਵਿੱਚੋਂ ਪ੍ਰਵਾਹਿਤ ਹੁੰਦੀ ਹੈ ਤਾਂ ਤਾਪ ਉਤਪੰਨ ਹੁੰਦਾ ਹੈ। ਸੋ ਜਦੋਂ ਵੀ ਉਹਨੇ ਕਿਸੇ ਵਾਇਰ ਵਿੱਚੋਂ, ਕਿਸੇ ਤਾਰ ਵਿੱਚੋਂ ਲੰਘਣਾ ਹੈ ਤੇ ਤਾਰ ਇੱਕ ਕਿਸਮ ਦਾ ਕੀ ਹੈ ਬੇਟਾ, ਪ੍ਰਤੀਰੋਧ, ਤੇ ਉੱਥੇ ਉਹਦਾ ਤਾਪ ਜਿਹੜਾ ਹੈ ਉਹ ਉਤਪੰਨ ਹੋਏਗਾ। ਉਹ ਉਤਪੰਨ ਤਾਪ ਬਿਜਲੀ ਧਾਰਾ ਦੇ ਵਰਗ, ਪ੍ਰਤੀਰੋਧ ਅਤੇ ਸਮੇਂ ਉੱਤੇ ਸਿੱਧਾ ਨਿਰਭਰ ਕਰਦਾ ਹੈ। ਸੋ ਇਹਨਾਂ ਵਿੱਚ ਇੱਕ ਬੇਸਿਕਲੀ ਇੱਕ ਸਾਇੰਟਿਸਟ ਨੇ ਇੱਕ ਨਿਯਮ ਬਣਾਤਾ, ਜੂਲ ਦਾ ਤਾਪਨ ਨਿਯਮ, ਜਿਹਦੇ ਅਕੋਰਡਿੰਗਲੀ ਇਹ ਜਿਹੜਾ ਤਾਪ ਪ੍ਰੋਡਿਊਸ ਹੋਇਆ ਹੈ ਬੇਟੇ ਉਹ 3 ਫੈਕਟਰਸ ਤੇ ਡਿਪੈਂਡ ਕਰਦਾ ਹੈ। ਇੱਕ ਤੇ ਕਰੰਟ ਦਾ ਸਕੁਆਇਰ, ਰਾਈਟ, ਦੂਸਰਾ ਪ੍ਰਤੀਰੋਧ ਯਾਨੀ ਕਿ ਰੈਜ਼ਿਸਟੈਂਸ, ਤੀਸਰਾ ਸਮਾਂ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਤਾਪ ਨੂੰ H ਨਾਲ ਦਰਸਾਇਆ ਗਿਆ ਹੈ ਤੇ ਕਰੰਟ ਨੂੰ I ਦੇ ਨਾਲ, ਪ੍ਰਤੀਰੋਧ ਨੂੰ R ਨਾਲ ਤੇ ਸਮੇਂ ਨੂੰ T ਨਾਲ। ਸੋ ਸਾਡਾ ਇੱਕ ਫਾਰਮੂਲਾ ਡਿਵੈਲਪ ਹੋ ਗਿਆ H ਬਰਾਬਰ I ਸਕੁਆਇਰ RT। ਹੁਣ ਇੱਥੋਂ ਅਸੀਂ ਹੋਰ ਟਾਈਪ ਦੇ ਫਾਰਮੂਲਾ ਡਿਵੈਲਪ ਕਰ ਸਕਦੇ ਹਾਂ। ਜਿਵੇਂ ਅਸੀਂ ਜਾਣਦੇ ਹਾਂ ਕਿ ਜਿਹੜੀ ਪਾਵਰ ਹੁੰਦੀ ਹੈ ਉਹ V ਗੁਣਾ I ਹੁੰਦੀ ਹੈ, ਬਟ I ਦਾ ਫਾਰਮੂਲਾ ਅੱਜ ਹੀ ਤੁਸੀਂ ਸਿੱਖਿਆ, that is Q/T। ਸੋ ਜੇ ਬੇਟਾ ਅਸੀਂ ਇਹਨਾਂ ਨੂੰ ਇੰਟਰ ਰਿਲੇਟ ਕਰੀਏ, ਤੁਸੀਂ ਦੇਖ ਰਹੇ ਹੋ P = VI, ਅਸੀਂ ਉਹਨੂੰ VQ/T ਲਿਖਿਆ ਹੋਇਆ। ਹੁਣ H = ਆਪਣਾ I as such ਸਟੈਂਡ ਬਾਈ ਕਰ ਰਿਹਾ R ਤੇ T। ਜੇ ਅਸੀਂ ਉਹਨੂੰ ਰੀਅਰੇਂਜ ਕਰਨ ਦੀ ਕੋਸ਼ਿਸ਼ ਕਰੀਏ ਤਾਂ we can just get different formula, that is VIT। So this is another formula for heat। ਪੁਆਇੰਟ ਇਹ ਹੈਗਾ ਕਿ ਜਿਸ ਕਿਸਮ ਦਾ ਤੁਹਾਨੂੰ ਨੂਮੈਰੀਕਲ ਆਏ ਬੇਟਾ ਉਸ ਕਿਸਮ ਦਾ ਤੁਸੀਂ ਡਾਟਾ ਜਿਹੜਾ ਦਿੱਤਾ ਹੁੰਦਾ ਹੈ ਉਸ ਦੇ ਪ੍ਰਪੋਰਸ਼ਨੇਟ ਜਿਹੜਾ ਸੂਟੇਬਲ ਫਾਰਮੂਲਾ ਹੈ ਉਹ ਆਪਟ ਕਰਨਾ ਹੁੰਦਾ, ਬਟ ਦੇ ਆਲ ਆਰ ਇੰਟਰ ਰਿਲੇਟਡ। ਮੇਨ ਫਾਰਮੂਲਾ ਕੀ ਹੈ ਜੂਲ ਦੇ ਨਿਯਮ ਦੇ ਅਕੋਰਡਿੰਗਲੀ, that is H = I ਸਕੁਆਇਰ RT। ਹੁਣ ਬਿਜਲੀ ਬਲਬ ਦਾ ਜਿਹੜਾ ਫਿਲਾਮੈਂਟ ਹੁੰਦਾ ਹੈ ਉਹਦਾ ਟੰਗਸਟਨ ਦਾ ਉਹ ਬਣਿਆ ਹੁੰਦਾ ਹੈ। ਟੰਗਸਟਨ ਦਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਪਿਘਲਾਊ ਦਰਜਾ ਕਿੰਨਾ ਹੈ, that is 3380 ਡਿਗਰੀ ਸੈਲਸੀਅਸ। ਬਲਬਾਂ ਵਿੱਚ ਅਕਿਰਿਆਸ਼ੀਲ ਨਾਈਟ੍ਰੋਜਨ
ਅਤੇ ਆਰਗਨ ਗੈਸ ਹੁੰਦੀ ਹੈ। ਹੁਣ ਬਲਬਾਂ ਦੇ ਵਿੱਚ ਤੁਸੀਂ ਦੇਖਿਆ ਕਦੇ ਵੀ ਬਲਬ ਟੁੱਟ ਜਾਂਦਾ ਹੈ ਤੇ ਤੁਹਾਨੂੰ ਇੱਕ ਬਹੁਤ ਪ੍ਰੋਮਿਨੈਂਟ ਜੀ ਸਾਊਂਡ ਸੁਣਾਈ ਦਿੰਦੀ ਹੈ ਐਜ਼ ਇਫ ਕੋਈ ਗੈਸ ਰਿਲੀਜ਼ ਹੋਈ ਹੈ। ਕਿਹੜੀ ਗੈਸ ਹੁੰਦੀ ਹੈ? ਦੈਟ ਇਜ਼ ਨਾਈਟ੍ਰੋਜਨ ਐਂਡ ਆਰਗਨ। ਫਿਊਜ਼ ਨੂੰ ਹਮੇਸ਼ਾ ਹੀ ਲੜੀ ਵਿੱਚ ਜੋੜਿਆ ਜਾਂਦਾ ਹੈ। ਹੁਣ ਤੁਸੀਂ ਇਹ ਵੀ ਜਾਣਦੇ ਹੋ ਕਿ ਘਰਾਂ ਵਿੱਚ ਜਦੋਂ ਕਦੇ ਵੀ ਅਸੀਂ ਕਹਿੰਦੇ ਹਾਂ ਕਿ ਪਿੱਛੋਂ ਕਰੰਟ ਦੀ ਸਪਲਾਈ, ਵੋਲਟੇਜ ਦੀ ਸਪਲਾਈ ਵੱਧ ਆਈ ਹੈ ਤੇ ਸਾਡਾ ਜਿਹੜਾ ਮੇਨ ਘਰ ਦਾ ਇਲੈਕਟ੍ਰਿਕ ਮੀਟਰ ਹੁੰਦਾ ਉਹਦੇ ਵਿੱਚ ਵੱਡੇ ਵੱਡੇ ਫਿਊਜ਼ ਲੱਗੇ ਹੁੰਦੇ ਆ। ਅਕਸਰ ਉਹ ਫਿਊਜ਼ ਜਿਹੜੇ ਹੈ ਉੱਡ ਜਾਂਦੇ ਹੈ। ਦੈਟ ਮੀਨਸ ਉਹਦਾ ਕੀ ਪਰਪਸ ਕੀ ਹੈ ਕਿ ਉਹ ਫਿਊਜ਼ ਨੂੰ ਅਸੀਂ ਲੜੀਵਾਰ ਜੋੜਿਆ ਹੋਇਆ ਹੈ ਕਿ ਉਹਦੀ ਜਿਹੜੀ ਲਿਮਿਟ ਹੈ, ਜੇ ਉਸ ਤੋਂ ਵੱਧ ਕਰੰਟ ਪਿੱਛੋਂ ਆਏਗਾ ਤੇ ਉਹਦਾ ਪਿਘਲਾਊ ਦਰਜਾ ਇੰਨਾ ਕੁ ਘੱਟ ਹੈ ਕਿ ਉਹ ਬਹੁਤ ਆਸਾਨੀ ਨਾਲ ਪਿਘਲ ਜਾਏਗਾ, ਜਿਹਦੇ ਕਰਕੇ ਉਹ ਕਰੰਟ ਨੂੰ ਅੱਗੇ ਨਹੀਂ ਆਉਣ ਦੇਗਾ ਤੇ ਸਾਡੇ ਘਰ ਦੇ ਜਿਹੜੇ ਬਹੁਤ ਹੀ ਮਹਿੰਗੇ ਡਿਵਾਈਸਸ ਨੇ ਉਹਨਾਂ ਦਾ ਬਚਾਅ ਕਰ ਦੇਗਾ। ਫਿਊਜ਼ ਮਿਸ਼ਰਤ ਜਿਹੜੇ ਫਿਊਜ਼ ਮਿਸ਼ਰਤ ਧਾਤਾਂ ਐਲੂਮੀਨੀਅਮ, ਕਾਪਰ, ਆਇਰਨ, ਲੈਡ ਆਦਿ ਦਾ ਬਣਿਆ ਹੁੰਦਾ ਹੈ। ਹੁਣ ਫਿਊਜ਼ ਜਿਹੜੇ ਆ ਉਹ ਬਣਾਏ ਕਿਹਦੇ ਦੁਆਰਾ ਗਏ ਨੇ? ਦੈਟ ਇਜ਼ ਮਿਸ਼ਰਤ ਧਾਤਾਂ ਐਲੂਮੀਨੀਅਮ, ਕਾਪਰ, ਆਇਰਨ, ਲੈਡ ਆਦਿ। ਅੱਜ ਦਾ ਲਾਸਟ ਟੌਪਿਕ ਸਾਡਾ ਬੇਟੇ ਬਿਜਲਈ ਸ਼ਕਤੀ। ਬਿਜਲਈ ਸ਼ਕਤੀ ਜਿਹਦੇ ਬਾਰੇ ਪਿੱਛੇ ਵੀ ਜ਼ਿਕਰ ਹੋਇਆ, ਦੈਟ ਇਜ਼ ਬਿਜਲਈ ਸਰਕਟ ਵਿੱਚ ਖਪਤ ਜਾਂ ਲੁਪਤ ਬਿਜਲਈ ਊਰਜਾ ਦੀ ਦਰ ਪ੍ਰਾਪਤ ਹੁੰਦੀ ਹੈ ਨੂੰ ਬਿਜਲੀ ਸ਼ਕਤੀ ਕਿਹਾ ਜਾਂਦਾ ਹੈ। P is equal to VI। ਹੁਣ V ਨੂੰ ਜੇ ਮੈਂ IR ਪੁੱਟ ਕਰਦਾ ਇਟ ਬਿਕਮਸ I ਸਕੁਆਇਰ R, ਤੇ ਜੇ ਮੈਂ I ਨੂੰ V by R ਪੁੱਟ ਕਰਦਾ ਤੇ ਇਹਦਾ ਫਾਰਮੂਲਾ ਬਣ ਜਾਏਗਾ V ਸਕੁਆਇਰ ਬਟਾ R। ਬਿਜਲਈ ਸ਼ਕਤੀ ਦਾ SI ਇਕਾਈ ਵਾਟਸ ਹੁੰਦੀ ਹੈ ਜਿਹਨੂੰ W ਨਾਲ ਦਰਸਾਇਆ ਜਾਂਦਾ ਹੈ। ਤੇ ਸਾਡੇ ਕੋਲ ਬਿਜਲਈ ਸ਼ਕਤੀ ਦੇ ਬੇਸਡ ਹੀ ਇੱਕ ਹੋਰ ਬੇਟਾ ਕੁਆਂਟੀਟੀ ਆ ਜਾਂਦੀ ਹੈ ਇਲੈਕਟ੍ਰੀਕਲ એનર્ਜੀ, ਹੈ ਨਾ, ਬਿਜਲਈ ਊਰਜਾ। ਉਹਦੇ ਵਿੱਚ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਬੇਸਿਕਲੀ ਕੀ ਹੈ? ਪਾਵਰ, ਸ਼ਕਤੀ ਗੁਣਾ ਸਮਾਂ। ਯਾਨੀ ਕਿ ਜੇ ਮੇਰੀ ਪਾਵਰ ਵਾਟ ਦੀ ਬਜਾਏ ਮੈਂ ਵੱਡਾ ਯੂਨਿਟ ਲੈ ਲਾਂ ਕਿਲੋ ਵਾਟ, ਤੇ ਟਾਈਮ ਦਾ ਮੈਂ ਯੂਨਿਟ ਲੈ ਲਾਂ ਘੰਟਾ, ਸੋ ਕਿੰਨਾ ਬਣ ਜਾਏਗਾ? ਕਿਲੋ ਵਾਟ ਆਰ। ਸਾਡੇ ਘਰਾਂ ਵਿੱਚ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਹੈ ਸਾਨੂੰ ਕਿਹਾ ਜਾਂਦਾ ਹੈ ਤੁਹਾਡੇ ਇੰਨੇ ਯੂਨਿਟਸ ਖਪਤ ਹੋਏ। ਉਹ ਯੂਨਿਟਸ ਕੀ ਹੁੰਦੇ ਆ? ਕਿਲੋ ਵਾਟ ਆਰ, ਜੋ ਕਿ ਤੁਹਾਨੂੰ ਇੱਥੇ ਸਲਾਈਡ ਵਿੱਚ ਮੈਂ ਸ਼ੋ ਕੀਤੇ ਹੈ ਕਿ 1 ਕਿਲੋ ਵਾਟ ਆਰ ਵਿੱਚ 1000 ਵਾਟ ਗੁਣਾ 3600 ਸੈਕਿੰਡਸ, ਯਾਨੀ ਕਿ 1 ਕਿਲੋ ਵਾਟ ਆਰ ਵਿੱਚ 3.6 into 10 raised to power 6 ਜਾਊਲਸ ਮੌਜੂਦ ਹੁੰਦੇ ਆ, ਰਾਈਟ। ਇਹਦੇ ਨਾਲ ਹੀ ਬੇਟਾ ਅੱਜ ਅਸੀਂ ਇੱਕ ਕੰਪਲੀਟ ਚੈਪਟਰ ਦੀ ਬਰੀਫਿੰਗ ਤੁਹਾਡੇ ਨਾਲ ਡਿਸਕਸ ਕੀਤੀ ਹੈ। ਨੈਕਸਟ ਲੈਕਚਰ ਵਿੱਚ ਮੈਂ ਇਸੇ ਚੈਪਟਰ ਨਾਲ ਸੰਬੰਧਿਤ ਤੁਹਾਡੇ ਨਾਲ MCQs ਡਿਸਕਸ ਕਰਦੀ ਹਾਂ। ਉਮੀਦ ਕਰਦੀ ਹਾਂ ਤੁਹਾਨੂੰ ਇੱਕ ਚੈਪਟਰ ਦਾ ਰਿਵਿਊ ਅੱਛੇ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ। ਤੇ ਮੇਰੀ ਨੈਕਸਟ ਕਲਾਸ ਤੋਂ ਪਹਿਲਾਂ ਪਲੀਜ਼ ਇਟਸ ਅ ਰਿਕੁਐਸਟ ਤੁਸੀਂ ਸਾਰੇ ਚੈਪਟਰ ਨੂੰ ਪ੍ਰੋਪਰਲੀ ਗੋ ਥਰੂ ਕਰੋ ਸੋ ਦੈਟ ਅਸੀਂ ਜਦੋਂ MCQs ਡਿਸਕਸ ਕਰਨੇ ਹੈ ਤੁਹਾਡਾ ਉਹਦੇ ਵਿੱਚ ਅੰਡਰਸਟੈਂਡਿੰਗ ਲੈਵਲ ਬੈਟਰ ਹੋਵੇ। Work hard and thank you very, very much.